ਸਭ ਤੋਂ ਪਹਿਲਾਂ ਤਾਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਐਜ਼ ਐਨ ਐਸ ਟ੍ਰੇਨਰ ਮੈਂ ਅਮਨਦੀਪ ਸਿੰਘ ਅੱਜ ਹਾਜ਼ਰ ਹਾਂ ਜੀ ਤੁਹਾਡੇ ਅੱਗੇ ਇੱਕ ਨਵੀਂ ਵੀਡੀਓ ਦੇ ਨਾਲ, ਜਿਸ ਦੇ ਵਿੱਚ ਆਪਾਂ ਅੱਜ ਡਿਸਕਸ ਕਰਾਂਗੇ ਐਲਸ ਟੈਸਟ ਦੇ ਪਾਰਟੀਕੂਲਰ ਮੋਡਿਊਲ ਰਾਈਟਿੰਗ ਦੇ ਉੱਪਰ। ਸੋ ਸਭ ਤੋਂ ਪਹਿਲਾਂ ਤਾਂ ਜੇ ਸਾਡੇ ਚੈਨਲ ਦੇ ਉੱਪਰ ਕੋਈ ਨਿਊ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀਆਂ ਨਵੀਆਂ ਵੀਡੀਓਜ਼ ਦੇ ਅਪਡੇਟ ਮਿਲਦੇ ਰਹਿਣ। ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਆਪਾਂ ਪਿਛਲੀਆਂ ਵੀਡੀਓਜ਼ ਦੇ ਵਿੱਚ ਜੋ ਆਪਾਂ ਸਪੀਕਿੰਗ ਦੇ ਉੱਪਰ ਆਪਾਂ ਟੌਪਿਕ ਡਿਸਕਸ ਕੀਤੇ ਸੀ, ਜਿਸ ਦੇ ਉੱਪਰ ਆਪਾਂ ਇੱਕ ਪਾਰਟੀਕੂਲਰ ਕਿਊ ਕਾਰਡ ਨੂੰ ਹੀ ਬਹੁਤ ਸਾਰੇ ਕਿਊ ਕਾਰਡ ਦੇ ਵਿੱਚ ਬੋਲਿਆ ਸੀ। ਸੋ ਆਪਾਂ ਕੁਝ ਇੱਦਾਂ ਦੇ ਕਿਊ ਕਾਰਡ ਤਿਆਰ ਕੀਤੇ ਸੀ ਜਿਨ੍ਹਾਂ ਨੂੰ ਆਪਾਂ ਬਹੁਤ ਸਾਰੇ ਕਿਊ ਕਾਰਡ ਦੇ ਵਿੱਚ ਈਜ਼ੀ ਵੇ ਨਾਲ ਬੋਲ ਸਕਦੇ ਹਾਂ। ਸੋ ਜਿਸ ਕਿਸੇ ਨੇ ਵੀ ਉਹ ਵੀਡੀਓਜ਼ ਨਹੀਂ ਦੇਖੀਆਂ ਜੀ ਤਾਂ ਉਹ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਲਿੰਕ ਉੱਪਰ ਜਾ ਕੇ ਉਹ ਵੀਡੀਓਜ਼ ਨੂੰ ਦੇਖ ਸਕਦਾ ਹੈ, ਜਾਂ ਫਿਰ ਉੱਪਰ ਦਿੱਤੇ ਆਈ ਬਟਨ ਨੂੰ ਪ੍ਰੈਸ ਕਰਕੇ ਜੀ ਤੁਸੀਂ ਉਹਨਾਂ ਵੀਡੀਓਜ਼ ਨੂੰ ਵਾਚ ਕਰ ਸਕਦੇ ਹੋ। ਸੋ ਹਾਂਜੀ, ਅੱਜ ਆਪਾਂ ਗੱਲ ਕਰਾਂਗੇ ਰਾਈਟਿੰਗ ਮੋਡਿਊਲ ਦੇ। ਸਭ ਤੋਂ ਪਹਿਲਾਂ ਤਾਂ ਜੀ ਰਾਈਟਿੰਗ ਦੇ ਵਿੱਚ ਜਿਹੜੇ 2 ਟਾਸਕ ਆਪਾਂ ਨੂੰ ਪ੍ਰੋਵਾਈਡ ਕੀਤੇ ਜਾਂਦੇ ਆ, ਜਿਸ ਦੇ ਉੱਪਰ ਆਪਣੇ ਕੋਲ 1 ਘੰਟੇ ਦਾ ਸਮਾਂ ਹੁੰਦਾ ਜੀ। 1 ਘੰਟੇ ਦੇ ਵਿੱਚ ਆਪਾਂ 2 ਟਾਸਕ ਨੂੰ ਲਿਖਣਾ ਹੁੰਦਾ। ਇੱਕ ਹੁੰਦਾ ਜੀ ਟਾਸਕ 1, ਇੱਕ ਹੁੰਦਾ ਟਾਸਕ 2। ਟਾਸਕ 1 ਦੇ ਵਿੱਚ ਜੀ ਆਪਾਂ ਨੀਅਰ ਅਬਾਊਟ 20 ਮਿੰਟ ਸਪੈਂਡ ਕਰਨੇ ਹੁੰਦੇ ਆ। ਇਹਦੇ ਵਿੱਚ ਜਿਹੜੀ ਵਰਡ ਲਿਮਿਟ ਹੁੰਦੀ ਹੈ ਜੀ ਉਹ ਮਿਨੀਮਮ 150 ਹੁੰਦੀ ਹੈ ਜੀ। ਘੱਟ ਤੋਂ ਘੱਟ ਆਪਾਂ 150 ਵਰਡਸ ਜੋ ਇਹਦੇ ਵਿੱਚ ਡਿਸਕ੍ਰਾਈਬ ਕਰਨੇ ਹੁੰਦੇ ਆ। ਟਾਸਕ 2 ਦੀ ਜੇ ਆਪਾਂ ਗੱਲ ਕਰੀਏ ਜੀ, ਟਾਸਕ 2 ਦੇ ਵਿੱਚ ਮਿਨੀਮਮ ਵਰਡ ਆਪਣੇ 250 ਹੁੰਦੇ ਜੀ। ਹੁਣ ਆਪਾਂ ਅੱਜ ਜੀ ਪਾਰਟੀਕੂਲਰ ਗੱਲ ਕਰਾਂਗੇ ਟਾਸਕ 1 ਦੇ ਉੱਪਰ। ਟਾਸਕ 1 ਦੇ ਵਿੱਚ ਵੀ ਜੀ ਅੱਗੇ ਬਹੁਤ ਸਾਰੀਆਂ ਟਾਈਪਸ ਹੁੰਦੀਆਂ ਨੇ, ਜਿਵੇਂ ਕਿ ਲਾਈਨ ਗ੍ਰਾਫ, ਬਾਰ ਗ੍ਰਾਫ, ਪਾਈ ਚਾਰਟ, ਮੈਪ, ਡਾਇਗਰਾਮ ਤੇ ਹੋਰ ਵੀ ਕੁਝ ਕੁ ਟਾਈਪਸ ਹੁੰਦੀਆਂ ਨੇ ਟਾਸਕ 1 ਦੇ ਵਿੱਚ। ਸੋ ਟਾਸਕ 1 ਨੂੰ ਕਿੱਦਾਂ ਆਪਾਂ ਇੱਕ ਈਜ਼ੀ ਵੇ ਨਾਲ ਲਿਖੀਏ ਜਾਂ ਆਪਾਂ ਉਹਦੇ ਵਿੱਚ ਰੈਪੀਟੀਸ਼ਨ ਵੀ ਨਾ ਹੋਵੇ, ਇੱਕ ਇੰਪ੍ਰੈਸਿਵ ਵੇ ਨਾਲ ਆਪਣਾ ਚੰਗਾ ਬੈਂਡ ਸਕੋਰ ਆਵੇ, ਉਹਦੇ ਵੱਲ ਆਪਾਂ ਅੱਜ ਡਿਸਕਸ ਕਰਾਂਗੇ ਜੀ। ਮੈਂ ਡੈਮ ਸ਼ੋਰ ਗਰੰਟੀ ਦਿੰਦਾ ਕਿ ਆਹ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਟਾਸਕ 1 ਹੈ ਜੋ ਬਹੁਤ ਜ਼ਿਆਦਾ ਈਜ਼ੀ ਲੱਗੇਗਾ, ਕਿਉਂਕਿ ਆਪਾਂ ਟਾਸਕ 1 ਦੇ ਵਿੱਚ ਆਪਾਂ ਕੁਝ ਟੈਂਪਲੇਟਸ ਤਿਆਰ ਕੀਤੇ ਨੇ ਜੋ ਅੱਜ ਤੁਹਾਡੇ ਅੱਗੇ ਪ੍ਰੋਵਾਈਡ ਕਰਾਂਗੇ ਜੀ। ਨਾਲ ਪਲੱਸ ਆਪਾਂ ਇੱਕ ਪਾਈ ਚਾਰਟ ਦਾ ਸੈਂਪਲ ਪੇਪਰ ਵੀ ਤੁਹਾਨੂੰ ਇੱਕ ਆਪਾਂ ਸੋਲਵ ਕਰਕੇ ਦੱਸਾਂਗੇ ਜੀ, ਕਿੱਦਾਂ ਆਪਾਂ ਇਹਨਾਂ ਟੈਂਪਲੇਟਸ ਨੂੰ, ਇਹਨਾਂ ਸਟਰਕਚਰਸ ਨੂੰ ਜੋ ਤਿਆਰ ਕੀਤੀਆਂ ਨੇ ਹਰ ਇੱਕ ਟਾਸਕ ਦੇ ਵਿੱਚ ਆਪਾਂ ਐਡ ਕਰ ਸਕਦੇ ਹਾਂ ਬਹੁਤ ਹੀ ਈਜ਼ੀ ਵੇ ਦੇ ਨਾਲ। ਸੋ ਹਾਂਜੀ, ਹੁਣ ਆਪਾਂ ਗੱਲ ਕਰਦੇ ਹਾਂ ਉਹਨਾਂ ਸਟਰਕਚਰ ਸੀ ਜੋ ਅਸੀਂ ਤੁਹਾਡੇ ਲਈ ਤਿਆਰ ਕੀਤੀਆਂ ਨੇ ਤੇ ਕੁਝ ਕੁ ਟੈਂਪਲੇਟਸ। ਪਹਿਲਾਂ ਇੱਕ ਵਾਰ ਆਪਾਂ ਜੀ ਸਿੰਪਲ ਉਹਨਾਂ ਸਟਰਕਚਰਸ ਤੇ ਟੈਂਪਲੇਟਸ ਦੇ ਗੋ ਥਰੂ ਹੋ ਜਾਂਦੇ ਹਾਂ। ਉਸ ਤੋਂ ਬਾਅਦ ਆਪਾਂ ਇੱਕ ਸੈਂਪਲ ਪੇਪਰ ਦੇ ਥਰੂ ਲਾਈਕ ਆਪਾਂ ਇੱਕ ਪਾਈ ਚਾਰਟ ਵੀ ਜੋ ਤੁਹਾਨੂੰ ਸੋਲਵ ਕਰਕੇ ਦੱਸਾਂਗੇ ਕਿ ਆਪਾਂ ਕਿੱਦਾਂ ਇਹਨਾਂ ਨੂੰ ਇੱਕ ਪ੍ਰੋਪਰ ਮਤਲਬ ਚਾਰਟ ਦੇ ਵਿੱਚ ਆਪਾਂ ਇਹਨਾਂ ਨੂੰ ਜਿੱਦਾਂ ਐਡਜਸਟ ਕਰ ਸਕਦੇ ਹਾਂ। ਸੋ ਜੋ ਆਪਣੀ ਫਸਟ ਸਟਰਕਚਰ ਹੈਗੀ ਹੈ ਜੀ ਉਹ ਹੈਗੀ ਹੈ ਸਟੂਡ ਐਟ ਐਜ਼ ਅਗੇਂਸਟ ਟੂ। ਕੋਈ ਵੀ ਆਪਾਂ ਵੈਲਿਊ ਲਈ ਲਿਖ ਸਕਦੇ ਹਾਂ ਜੀ, ਜਿੱਦਾਂ the value stood at any% for this as against to for this। ਠੀਕ ਹੈ ਜੀ, ਆਪਾਂ ਕਿਸੇ ਵੀ ਵੈਲਿਊ ਨੂੰ 2 ਕੰਪੈਰੀਜ਼ਨ ਕਰ ਲਈ, ਇਹ ਆਪਾਂ ਸਟਰਕਚਰ ਵਰਤ ਸਕਦੇ ਹਾਂ। ਨੈਕਸਟ ਹੈ ਜੀ ਆਪਣੀ ਜੋ ਉਹ ਹੈ ਜੀ ਫੋਲੋਡ ਬਾਈ। ਜਿੱਦਾਂ ਆਪਾਂ ਨੂੰ ਕੋਈ ਵੀ 2 ਚੀਜ਼ਾਂ ਦਾ ਡਾਟਾ ਦਿੱਤਾ ਹੋਇਆ ਜੀ, ਠੀਕ ਹੈ, ਕੋਈ ਐਕਸਪੈਂਸਿਵ ਦਾ ਕਿਸੇ ਵੀ ਚੀਜ਼ ਦਾ, ਫੋਲੋਡ ਬਾਈ ਕਿੱਦਾਂ ਯੂਜ਼ ਕਰਨੀ ਹੈ। ਠੀਕ ਹੈ, ਜਿੱਦਾਂ ਜੀ any% ਜਿਹੜਾ ਲਾਈਕ ਕੋਈ ਮਨੀ ਖਰਚ ਕੀਤੀ ਗਈ ਸੀ ਕਿਸੇ ਵੀ ਚੀਜ਼ ਤੇ ਆਹ ਸਾਲ ਦੇ ਵਿੱਚ, ਵਿਚ ਵਾਸ ਫੋਲੋਡ ਬਾਈ ਅਦਰ ਈਅਰ ਵਿਦ ਵੈਲਿਊ ਬੀਇੰਗ any%। ਠੀਕ ਹੈ ਜੀ, ਜੋ ਆਪਣੀ ਥਰਡ ਸਟਰਕਚਰ ਹੈਗੀ ਜੀ ਉਹ ਡਿਫਰੈਂਸ ਵਾਲੀ ਹੈ ਜੀ। 2 ਚੀਜ਼ਾਂ ਦੇ ਵਿੱਚ ਜਦੋਂ ਆਪਾਂ ਕੋਈ ਡਿਫਰੈਂਸ ਸ਼ੋ ਕਰਨਾ ਹੋਵੇ, ਜਿੱਦਾਂ ਹੀ ਦਾ ਡਿਫਰੈਂਸ ਆਫ any% was witnessed for this year and for this year, the recorded data was any% for the former year and any% for the latter year। ਕਹਿੰਦਾ ਭਾਵ ਜੇ ਆਪਾਂ ਕੋਈ ਵੀ ਜੋ 2 ਚੀਜ਼ਾਂ ਦੇ ਵਿੱਚ ਲਾਈਕ ਆਪਾਂ ਇੱਕ ਡਿਫਰੈਂਸ ਸ਼ੋ ਕਰਨਾ ਹੋਵੇ ਤਾਂ ਉੱਥੇ ਆਪਾਂ ਇਸ ਟੈਂਪਲੇਟ ਨੂੰ ਜਾਂ ਇਸ ਡਿਫਰੈਂਸ ਦੀ ਸਟਰਕਚਰ ਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਨੈਕਸਟ ਜੋ ਆਪਣੀ ਸਟਰਕਚਰ ਹੈ ਜੀ ਉਹ ਹੈ ਮੋਰ ਦੈਨ ਲੈਸ ਦੈਨ। ਠੀਕ ਹੈ, ਜੇ ਆਪਾਂ ਕਿਸੇ ਵੀ ਲਾਈਕ 2 ਚੀਜ਼ਾਂ ਦੇ ਉੱਪਰ ਆਪਾਂ ਦੱਸਣਾ ਹੋਵੇ ਕਿ ਕਿਸ ਚੀਜ਼ ਉੱਪਰ ਜ਼ਿਆਦਾ ਐਕਸਪੈਂਸਿਵ ਸੀ ਜਾਂ ਕਿਹੜੀ ਵੈਲਿਊ ਜ਼ਿਆਦਾ ਸੀ ਜਾਂ ਕਿਹੜੀ ਵੈਲਿਊ ਕਿਹੜੇ ਸਾਲ ਨਾਲੋਂ ਕਿਹੜੇ ਸਾਲ ਦੇ ਵਿੱਚ ਜ਼ਿਆਦਾ ਜਾਂ ਘੱਟ ਸੀ। ਜਿੱਦਾਂ ਜੀ ਆਪਾਂ ਕਹਿ ਸਕਦੇ ਹਾਂ any% ਮਨੀ ਜਾਂ ਐਨੀ ਜੋ ਡਾਲਰ ਜਾਂ ਮਨੀ ਜੋ ਵੀ ਆਪਾਂ ਨੂੰ ਗਿਵਨ ਹੋਊਗਾ ਜੀ ਟਾਸਕ ਦੇ ਵਿੱਚ, ਜੋ ਆਪਾਂ ਨੂੰ any% ਡੈਸ਼ એનર્ਜੀ ਜਾਂ ਮਨੀ ਵਾਸ ਸਪੈਂਡ ਔਨ ਦਿਸ ਵਿਚ ਵਾਸ ਮੋਰ ਦੈਨ ਲੈਸ ਦੈਨ ਫਰੋਮ ਦਿਸ ਈਅਰ। ਠੀਕ ਹੈ ਜੀ, ਉਹ ਆਪਾਂ ਤੁਹਾਨੂੰ ਇੱਕ ਸੈਂਪਲ ਪੇਪਰ ਦੇ ਵਿੱਚ ਪਾਈ ਚਾਰਟ ਦੇ ਵਿੱਚ ਆਪਾਂ ਪੂਰਾ ਡੀਪਲੀ ਦੱਸਾਂਗੇ ਜੀ ਆਪਾਂ ਕਿੱਦਾਂ ਇਹਨਾਂ ਨੂੰ ਯੂਜ਼ ਕਰ ਸਕਦੇ ਹਾਂ। ਜੋ ਆਪਣੀ ਨੈਕਸਟ ਹੈ ਜੀ ਉਹ ਸਿਮਿਲਰ। ਕੋਈ ਵੀ ਜੇ ਆਪਾਂ 2 ਵੈਲਿਊ ਸਿਮਿਲਰ ਦਿੱਤੀਆਂ ਹੋਈਆਂ ਨੇ ਜਿਨ੍ਹਾਂ ਦੀ ਪਰਸੈਂਟੇਜ ਜਮਾ ਇਕੁਅਲ ਹੈ ਜਾਂ ਜਿਨ੍ਹਾਂ ਦਾ ਨੰਬਰ ਬਿਲਕੁਲ ਸੇਮ ਹੈ ਜੀ, ਆਪਾਂ ਉਹਨਾਂ ਲਈ ਲਾ ਸਕਦੇ ਹਾਂ the similar amount of money was the similar percentage of money was spent on this that was ਕਿੰਨੀ %। ਠੀਕ ਹੈ ਜੀ, ਨਾਲ ਮੈਂਸ਼ਨ ਕਰਕੇ ਦੱਸਾਂਗੇ ਵੀ ਦੋਨੇ ਸਾਲਾਂ ਦੇ ਵਿੱਚ ਕਿੰਨੀ ਜੋ ਸਪੈਂਡ ਕੀਤੀ ਗਈ ਸੀ। ਹਾਂਜੀ, ਤਾਂ ਆਪਣੀ ਲਾਸਟ ਜੋ ਆਪਣੀ ਸਟਰਕਚਰ ਹੈ ਉਹ ਹੈ ਜੀ ਰਿਸਪੈਕਟਿਵਲੀ।
ਜਿਹਦੇ ਉੱਪਰ ਜੀ ਆਪਾਂ ਸਿੰਪਲ ਲਿਖਣਾ ਹੁੰਦਾ ਵੀ ਕਿਹੜੀ ਵੈਲਿਊ ਕਿਹੜੀ ਚੀਜ਼ ਨੂੰ ਡਿਸਕ੍ਰਾਈਬ ਕਰ ਰਹੀ ਹੈ। ਜਿੱਦਾਂ ਜੀ ਦਾ એનર્ਜੀ ਪ੍ਰੋਡਕਸ਼ਨ ਫਰੋਮ ਦਿਸ ਐਂਡ ਦਿਸ ਕਿੰਨੀ ਸੀ, ਦੈਟ ਵਾਜ਼ ਐਨੇ ਐਂਡ ਐਨੇ %, ਕੋਮਾ ਰਿਸਪੈਕਟਿਵਲੀ ਫੁੱਲ ਸਟਾਪ। ਠੀਕ ਹੈ ਜੀ। ਸੋ ਆਪਣੀਆਂ ਜੋ ਇਹ 6 ਸਟਰਕਚਰ ਸੀ ਜੋ ਤੁਹਾਨੂੰ ਆਪਾਂ ਮੈਂਸ਼ਨ ਕੀਤੇ ਜੀ, ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਇੱਕ ਸੈਂਪਲ ਪੇਪਰ ਦੇ ਨਾਲ ਕਿ ਆਪਾਂ ਇਹਨਾਂ ਨੂੰ ਕਿੱਦਾਂ ਡਿਸਕ੍ਰਾਈਬ ਕਰ ਸਕਦੇ ਹਾਂ, ਕਿੱਦਾਂ ਆਪਾਂ ਇੱਕ ਇਹਨਾਂ ਨੂੰ ਟਾਸਕ ਦੇ ਵਿੱਚ ਆਪਾਂ ਐਡ ਆਨ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਜੀ ਕੋਈ ਵੀ ਟਾਸਕ ਜਦੋਂ ਆਪਾਂ ਨੂੰ ਟਾਸਕ 1 ਜਾਂ ਟਾਸਕ 2 ਪ੍ਰੋਵਾਈਡ ਕੀਤਾ ਜਾਂਦਾ, ਉਹਦੇ ਵਿੱਚ ਆਪਾਂ ਜਰਨਲ ਲਾਈਨ ਆਪਾਂ ਜੋ ਡਿਸਕ੍ਰਾਈਬ ਕਰਨੀ ਹੁੰਦੀ ਆ। ਸੋ ਹੁਣ ਆਪਾਂ ਅੱਜ ਜੋ ਆਪਾਂ ਸੋਲਵ ਕਰਾਂਗੇ ਉਹ ਆਪਣਾ ਹੋਵੇਗਾ ਜੀ ਪਾਈ ਚਾਰਟ। ਸੋ ਪਾਈ ਚਾਰਟ ਹੈ ਜੀ ਆਪਣਾ। ਪਾਈ ਚਾਰਟ ਦੇ ਵਿੱਚ ਜੋ ਆਪਾਂ ਨੂੰ ਸਟੇਟਮੈਂਟ ਹੈ, ਸਟੇਟਮੈਂਟ ਕੀ ਹੈ, ਦਾ ਪਾਈ ਚਾਰਟਸ show the proportion of the energy produced from different sources in a country between 1985 and 2003। ਕਹਿੰਦੇ ਜੀ ਹੁਣ ਆਪਾਂ ਨੂੰ ਜੋ ਦੋ ਸਰਕਲ ਦਿੱਤੇ ਗਏ ਆਪਾਂ ਨੂੰ ਡਿਸਕ੍ਰਾਈਬ ਕੀਤੇ ਗਏ ਆ, ਇਹ ਆਪਾਂ ਨੂੰ ਕਾਹਦਾ ਡਾਟਾ ਸ਼ੋ ਕਰ ਰਹੇ, ਇਹ ਆਪਾਂ ਨੂੰ ਦੱਸ ਰਹੇ ਹੈ ਜੀ ਜਿਹੜੀ એનર્ਜੀ ਸੀ ਜੋ ਪ੍ਰੋਡਿਊਸ ਕੀਤੀ ਗਈ ਸੀ ਡਿਫਰੈਂਟ ਵੱਖਰੋ ਵੱਖਰੇ ਸੋਰਸਸ ਤੋਂ ਇਨ ਅ ਕੰਟਰੀ, ਕਿਸੇ ਪਾਰਟੀਕੂਲਰ ਕੰਟਰੀ ਦੇ ਵਿੱਚ ਬਿਟਵੀਨ 1985 ਐਂਡ 2003। ਕਹਿੰਦੇ ਜੀ 1985 ਤੇ 2003 ਦੇ ਵਿੱਚ ਜੋ ਆਪਾਂ ਨੂੰ ਦਿੱਤਾ ਗਿਆ ਡਾਟਾ ਕਿ ਡਿਫਰੈਂਟ ਸੋਰਸਸ ਦੇ ਵਿੱਚੋਂ ਕਿੰਨੇ % એનર્ਜੀ ਸੀ ਜਿਹੜੀ ਆਪਾਂ ਪ੍ਰੋਡਿਊਸ ਕੀਤੀ ਗਈ ਸੀ। ਸੋ ਸਭ ਤੋਂ ਪਹਿਲਾਂ ਜੀ ਆਪਾਂ ਨੂੰ ਇਦਾਂ ਹੀ ਇੱਕ ਐਗਜ਼ਾਮ ਦੇ ਵਿੱਚ ਟਾਸਕ ਪ੍ਰੋਵਾਈਡ ਕੀਤਾ ਜਾਵੇਗਾ। ਸੋ ਆਪਾਂ ਉਹਨੂੰ ਕਿੱਦਾਂ ਇੱਕ ਈਜ਼ੀ ਵੇ ਦੇ ਨਾਲ ਸੋਲਵ ਕਰਨਾ। ਸਭ ਤੋਂ ਪਹਿਲਾਂ ਤਾਂ ਜੀ ਹਰ ਇੱਕ ਟਾਸਕ ਦੀ ਜੋ ਆਪਾਂ ਪੈਰਾਫਰੇਜ਼ਿੰਗ ਕਰਨੀ ਹੁੰਦੀ ਹੈ, ਇੰਟਰੋ ਲਾਈਨ ਲਿਖਣੀ ਹੁੰਦੀ ਹੈ ਜੀ। ਇੰਟਰੋ ਲਾਈਨ ਹੁਣ ਆਪਾਂ ਦੋ ਤਰੀਕੇ ਨਾਲ ਲਿਖ ਸਕਦੇ ਹਾਂ ਜੀ। ਸਭ ਤੋਂ ਪਹਿਲਾਂ ਜਾਂ ਤਾਂ ਇਹਨਾਂ ਦੇ ਸਿੰਪਲ ਸਿਨੋਨਿਮਸ ਯੂਜ਼ ਕਰ ਲਓ। ਸਿਨੋਨਿਮਸ ਮੀਨਸ ਜੀ ਪਰਿਆਵਾਚੀ ਸ਼ਬਦ, ਇੱਕ ਸ਼ਬਦ ਨੂੰ ਹੋਰ ਕੀ ਕਿਹਾ ਜਾਂਦਾ। ਜਿੱਦਾਂ ਜੇ ਆਪਾਂ ਗੱਲ ਕਰੀਏ ਜੀ ਦਾ ਪਾਈ ਚਾਰਟਸ, ਠੀਕ ਹੈ ਜੀ। ਪਾਈ ਚਾਰਟਸ ਨੂੰ ਹੁਣ ਇੱਥੇ ਦੋ ਸਰਕਲਸ ਵੀ ਕਹਿ ਸਕਦੇ ਹਾਂ ਜੀ, ਜਿੱਦਾਂ ਦਾ 2 ਸਰਕਲਸ, ਠੀਕ ਹੈ। ਸ਼ੋ ਨੂੰ ਆਪਾਂ ਹੋਰ ਕੀ ਲਿਖ ਸਕਦੇ ਹਾਂ ਜੀ, ਇਲਸਟ੍ਰੇਟਸ ਲਿਖ ਸਕਦੇ ਹਾਂ ਜੀ, ਡਿਪਿਕਟਸ ਲਿਖ ਸਕਦੇ ਹਾਂ, ਠੀਕ ਹੈ ਜੀ। ਦਾ ਪ੍ਰਪੋਰਸ਼ਨ ਨੂੰ ਆਪਾਂ ਪਰਸੈਂਟੇਜ ਵੀ ਕਹਿ ਸਕਦੇ ਹਾਂ ਜੀ, ਆਫ ਦਾ એનર્ਜੀ ਪ੍ਰੋਡਿਊਸਡ ਨੂੰ ਆਪਾਂ ਜੀ ਜਨਰੇਟ ਵੀ ਕਹਿ ਸਕਦੇ ਹਾਂ, ਠੀਕ ਹੈ। ਜੋ ਵੱਖਰੋ ਵੱਖਰੇ ਉਹਨਾਂ ਤੋਂ ਯੂਜ਼ ਕੀਤੀ ਗਈ ਸਿਨੋਨਿਮਸ ਵਰਤ ਸਕਦੇ ਹਾਂ। ਫਰੋਮ ਡਿਫਰੈਂਟ ਸੋਰਸਸ ਇਨ ਅ ਕੰਟਰੀ ਨੂੰ ਜੀ ਆਪਾਂ ਨੇਸ਼ਨ ਵਰਡ ਵੀ ਲਿਖ ਸਕਦੇ ਹਾਂ, ਆਪਾਂ ਕੰਟਰੀ ਲਈ ਯੂਜ਼ ਕਰ ਸਕਦੇ ਹਾਂ। ਬਿਟਵੀਨ 1985 ਐਂਡ 2003, ਜਿੱਥੇ ਜੀ ਕਿਤੇ ਜੇ ਤਾਂ ਇੱਥੇ ਬਿਟਵੀਨ ਦੇ ਵਿੱਚ ਗੱਲ ਕੀਤੀ ਹੈ ਤਾਂ ਆਪਾਂ ਲਿਖ ਸਕਦੇ ਹਾਂ ਜੀ ਫਰੋਮ 1985 ਟੂ 2003। ਜੇ ਤਾਂ ਜੀ ਇੱਥੇ ਇਹਨਾਂ ਨੇ ਬਿਟਵੀਨ ਚਲਾਤਾ ਤਾਂ ਆਪਾਂ ਉਹਨੂੰ ਚੇਂਜ ਕਰਕੇ ਫਰੋਮ ਚ ਲਿਖ ਦਾਂਗੇ। ਜੇ ਇਹਨਾਂ ਨੇ ਜੀ ਫਰੋਮ ਤੇ ਟੂ ਨਾਲ ਲਾਤਾ ਆਪਾਂ ਬਿਟਵੀਨ ਤੇ ਆਪਾਂ ਐਡ ਨਾਲ ਲਿਖ ਸਕਦੇ ਹਾਂ, ਠੀਕ ਹੈ ਜੀ। ਸੋ ਐਦਾਂ ਜੋ ਆਪਾਂ ਆਪਣੀ ਲਾਈਕ ਇੰਟਰੋ ਲਾਈਨ ਆਪਾਂ ਤਿਆਰ ਕਰਾਂਗੇ। ਇੰਟਰੋ ਲਾਈਨ ਤੋਂ ਅੱਗੇ ਆਪਾਂ ਲਿਖਣਾ ਹੁੰਦਾ ਜੀ ਇੱਕ ਲਾਈਨ ਛੱਡ ਕੇ ਓਵਰਆਲ ਹੁਣ ਆਪਾਂ ਕੀ ਲਿਖਣਾ ਹੁੰਦਾ ਜੀ, ਓਵਰਆਲ ਦੇ ਵਿੱਚ ਆਪਾਂ ਇੱਕ ਸਿੱਟਾ ਦੇਣਾ ਹੁੰਦਾ ਕਿ ਜੋ ਸਾਰੇ ਚਾਰਟ ਦੇ ਵਿੱਚ ਆਪਾਂ ਨੂੰ ਓਵਰਆਲ ਆਪਾਂ ਨੂੰ ਕੀ ਸ਼ੋ ਹੋ ਰਿਹਾ। ਜੇ ਆਪਾਂ ਇਹਨਾਂ ਪਾਈ ਚਾਰਟ ਦੇ ਵਿੱਚ ਧਿਆਨ ਨਾਲ ਦੇਖੀਏ ਜੀ, ਓਵਰਆਲ ਸ਼ੋ ਹੋ ਰਿਹਾ ਜਿਹੜੀ ਮੈਕਸਿਮਮ એનર્ਜੀ ਸੀ, ਜ਼ਿਆਦਾ એનર્ਜੀ ਸੀ, ਉਹ ਆਇਲ ਤੋਂ ਪ੍ਰੋਡਿਊਸ ਕੀਤੀ ਗਈ ਸੀ। ਦੋਨੇ ਈਅਰ ਦੇ ਵਿੱਚ ਉਹ ਜ਼ਿਆਦਾ ਮਾਤਰਾ ਦੇ ਵਿੱਚ ਰਹੀ ਹੈ ਜੀ। ਤੇ ਜਿਹੜੀ ਘੱਟ ਅਮਾਉਂਟ ਦੇ ਵਿੱਚ ਜਿਹੜੀ એનર્ਜੀ ਸੀ, ਪਰਸੈਂਟੇਜ ਸੀ, ਉਹ ਕਿੰਨਾ ਤੋਂ ਲਾਈਕ ਪ੍ਰੋਡਿਊਸ ਕੀਤੀ ਗਈ ਸੀ, ਅਦਰ ਰੀਨਿਊਏਬਲ ਸੋਰਸਸ ਤੋਂ, ਠੀਕ ਹੈ ਜੀ। ਹੁਣ ਆਪਾਂ ਓਵਰਆਲ ਲਿਖ ਸਕਦੇ ਹਾਂ ਜੀ। ਓਵਰਆਲ ਦੇ ਵਿੱਚ ਆਪਾਂ ਮੈਕਸਿਮਮ ਤੇ ਮਿਨੀਮਮ ਨਾਲ ਲਿਖ ਸਕਦੇ ਹਾਂ ਹਰ ਇੱਕ ਟਾਸਕ ਦੇ ਵਿੱਚ। ਜਿੱਦਾਂ ਜੀ ਓਵਰਆਲ ਇਟ ਕੈਨ ਬੀ ਕਲੀਅਰਲੀ ਸੀਨ ਦੈਟ ਦਾ ਮੈਕਸਿਮਮ percentage of energy was generated means ਜੀ ਜੋ ਜਨਰੇਟ ਕੀਤੀ ਗਈ ਸੀ, ਪੈਦਾ ਕੀਤੀ ਗਈ ਸੀ। ਆਪਾਂ ਇਹਦੇ ਵਿੱਚ ਪੈਸਿਵ ਫਾਰਮ ਲਾ ਰਹੇ ਹਾਂ ਜੀ, was generated from oil throughout the given time period। ਜਾਂ ਆਪਾਂ ਮੈਕਸਿਮਮ ਦੇ ਨਾਲ ਮਿਨੀਮਮ ਵੀ ਨਾਲ ਲਿਖ ਸਕਦੇ ਹਾਂ ਜੀ। ਜਿੱਦਾਂ ਓਵਰਆਲ ਇਟ ਕੈਨ ਬੀ ਕਲੀਅਰਲੀ ਸੀਨ ਦੈਟ the maximum percentage of energy was generated from oil in the both given years and the minimum proportion of energy was produced from other renewable sources throughout the given time period। ਇਹਦਾ ਜੀ ਮਤਲਬ ਕੀ ਹੈ ਕਿ ਜਿਹੜੇ ਦੋਨੇ ਸਾਲਾਂ ਦੇ ਵਿੱਚ ਕੀ ਹੋਇਆ ਸੀ, ਜਿਹੜੀ ਜ਼ਿਆਦਾ ਅਮਾਉਂਟ ਦੇ ਵਿੱਚ, ਜ਼ਿਆਦਾ ਪਰਸੈਂਟੇਜ ਦੇ ਵਿੱਚ ਜਿਹੜੀ એનર્ਜੀ ਸੀ ਉਹ ਆਇਲ ਤੋਂ ਪ੍ਰੋਡਿਊਸ ਕੀਤੀ ਗਈ ਸੀ ਜੀ, ਤੇ ਜਿਹੜੀ ਘੱਟ ਮਾਤਰਾ ਦੇ ਵਿੱਚ ਜਿਹੜੀ એનર્ਜੀ ਸੀ ਉਹ ਪ੍ਰੋਡਿਊਸ ਕੀਤੀ ਗਈ ਸੀ ਅਦਰ ਰੀਨਿਊਏਬਲ ਸੋਰਸ ਦੇ ਉੱਪਰੋਂ, ਠੀਕ ਹੈ ਜੀ। ਐਦਾਂ ਆਪਾਂ ਜੀ ਓਵਰਆਲ ਮੈਂਸ਼ਨ ਕਰਨਾ ਹੁੰਦਾ, ਭਾਵੇਂ ਉਹ ਲਾਈਨ ਗ੍ਰਾਫ ਆ ਭਾਵੇਂ ਬਾਰ ਆ, ਆਪਾਂ ਮੈਕਸਿਮਮ ਤੇ ਮਿਨੀਮਮ ਦਾ ਪ੍ਰਪੋਰਸ਼ਨ ਲਿਖ ਸਕਦੇ ਹਾਂ, ਠੀਕ ਹੈ ਜੀ। ਹੁਣ ਆਪਾਂ ਗੱਲ ਕਰਾਂਗੇ ਜੀ BP1 ਦੇ ਵਿੱਚ, ਠੀਕ ਹੈ। ਥਰਡ ਸਟੈਪ ਆਪਣਾ ਜੋ ਟਾਸਕ 1 ਦੇ ਵਿੱਚ ਹੁੰਦਾ ਜੀ, ਆਪਣਾ ਹੁੰਦਾ BP1 ਦੀ ਆਪਾਂ ਸਟਾਰਟਿੰਗ ਕਰਨੀ ਹੈ ਜੀ ਕਨੈਕਟਰ ਦੇ ਨਾਲ। ਲੁਕਿੰਗ ਐਟ ਦਾ ਚਾਰਟ ਇਨ ਮੋਰ ਡਿਟੇਲਸ, ਠੀਕ ਹੈ ਜੀ। ਚਾਰਟ ਦੇ ਵੱਲ ਧਿਆਨ ਨਾਲ ਦੇਖਦੇ ਹੋਏ ਇਨ ਮੋਰ ਡਿਟੇਲਸ ਦੇ ਵਿੱਚ, ਜਿੱਦਾਂ ਹੁਣ ਜੀ ਧਿਆਨ ਨਾਲ ਦੇਖੋ 1985 ਦੇ ਵਿੱਚ ਜਿਹੜੀ ਆਇਲ ਤੋਂ એનર્ਜੀ ਸੀ ਜਿਹੜੀ ਉਹ ਪ੍ਰੋਡਿਊਸ ਕੀਤੀ ਗਈ ਸੀ ਉਹ ਸੀ ਜੀ 52%।
ਦੂਜੇ ਪਾਸੇ ਜੇ ਆਪਾਂ ਦੇਖੀਏ ਜੀ 2003 ਦੇ ਵਿੱਚ ਜਿਹੜੀ ਸੀ ਆਇਲ ਤੋਂ ਪ੍ਰੋਡਿਊਸ ਕੀਤੀ ਗਈ ਸੀ ਉਹ ਸੀ ਜੀ 39%। ਸਭ ਤੋਂ ਪਹਿਲਾਂ ਤਾਂ ਜੀ ਇਦਾਂ ਦਾ ਕੋਈ ਪਾਈ ਚਾਰਟ ਆਉਂਦਾ, ਦੋ ਈਅਰ ਦਿੱਤੇ ਹੁੰਦੇ ਆ, ਦੋ ਸਰਕਲ ਡਿਸਕ੍ਰਾਈਬ ਹੁੰਦੇ ਆ। ਇਹਨੂੰ ਲਿਖਣ ਦੇ ਜੀ ਦੋ ਤਰੀਕੇ ਹੁੰਦੇ ਆ। ਪਹਿਲਾਂ ਤਾਂ ਹੁੰਦਾ ਜੇ ਆਪਾਂ ਜੋ 9085 ਵਾਲਾ ਚਾਰਟ ਆ ਉਹਨੂੰ ਆਪਾਂ ਬੀਪੀ ਬਾਣ ਦੇ ਵਿੱਚ ਡਿਸਕ੍ਰਾਈਬ ਕਰ ਦਈਏ, ਤੇ ਜੋ ਮਤਲਬ 2003 ਵਾਲਾ ਜੋ ਆਪਾਂ ਨੂੰ ਜੋ ਡਾਟਾ ਦਿੱਤਾ ਹੋਇਆ ਉਹਨੂੰ ਆਪਾਂ BP2 ਦੇ ਵਿੱਚ ਡਿਸਕ੍ਰਾਈਬ ਕਰ ਦਈਏ। ਧਿਆਨ ਰੱਖਣਾ ਹੁੰਦਾ ਜੀ ਆਪਣੀ ਜਿਹੜੀ ਬਰਡ ਲਿਮਟ ਆ ਉਹ ਘੱਟ ਤੋਂ ਘੱਟ 150 ਹੋਵੇ, ਠੀਕ ਹੈ। ਉਹਦੇ ਵਿੱਚ ਜੀ ਆਪਾਂ ਵੇਰੀਏਸ਼ਨ ਆਫ ਟੈਂਸਸ ਯੂਜ਼ ਕਰਨੇ ਹੁੰਦੇ ਆ, ਐਕਟਿਵ, ਪੈਸਿਵ, ਠੀਕ ਹੈ ਜੀ, ਜੀਰਨ ਫਾਰਮ, ਜਿੱਦਾਂ ਕੰਪਾਊਂਡ, ਕੰਪਲੈਕਸ ਕੰਪਾਊਂਡ ਵੀ ਯੂਜ਼ ਕਰਨਾ ਹੁੰਦਾ, ਲੈਕਸੀਕਲ ਸੋਰਸ ਵੀ ਯੂਜ਼ ਕਰਨੇ ਹੁੰਦੇ ਆ। ਹੁਣ ਇਹਦੇ ਵਿੱਚ ਜੀ ਆਪਾਂ ਜਿਹੜਾ ਵੈਸਟ ਵੇ ਆ ਉਹ ਲਿਖਣ ਦਾ ਕਿੱਦਾਂ, ਪਹਿਲਾ ਮੈਥਡ ਤਾਂ ਸੀ ਜੀ ਜੋ ਇੱਕ ਚਾਰਟ ਹੈ ਦੋਨੇ ਬੀਪੀਸ ਦੇ ਵਿੱਚ ਡਿਸਕ੍ਰਾਈਬ ਕਰ ਦਿਓ। ਦੂਜਾ ਮੈਥਡ ਹੈ ਜੀ ਕੰਪੈਰੀਜ਼ਨ, ਜਿੱਦਾਂ ਇਹਦੇ ਵਿੱਚੋਂ ਆਪਾਂ ਹਾਫ ਜੋ ਠੀਕ ਹੈ ਅੱਧੇ ਇਹਦੇ ਵਿੱਚੋਂ ਜਿਹੜੇ ਆਪਣੀ ਸੋਰਸ ਨੇ ਉਹਨਾਂ ਨੂੰ ਆਪਾਂ BP1 ਦੇ ਵਿੱਚ ਕੰਪੈਰੀਜ਼ਨ ਦੋਨੇ ਈਅਰ ਦਾ ਕਰਕੇ ਲਿਖਾਂਗੇ, ਤੇ ਜੋ ਆਪਣੀ ਰਿਮੇਨਿੰਗ ਡਾਟਾ ਬਚੂਗਾ ਜੀ ਉਹਨੂੰ ਆਪਾਂ BP2 ਦੇ ਵਿੱਚ ਡਿਸਕ੍ਰਾਈਬ ਕਰਾਂਗੇ। ਜਿੱਦਾਂ ਆਪਾਂ ਗੱਲ ਕਰਾਂਗੇ ਜੀ BP1 ਦੇ ਵਿੱਚ ਲੁਕਿੰਗ ਐਟ ਦਾ ਚਾਰਟ ਇਨ ਮੋਰ ਡਿਟੇਲਸ ਕੌਮ, ਇਹ ਆਪਣੀ ਜੀ ਕਨੈਕਟਰ ਹੈ। ਦੈਨ ਆਪਾਂ ਜੋ ਪਹਿਲਾਂ ਸਟਰਕਚਰਸ ਆਪਾਂ ਜੋ ਕੀਤੀਆਂ ਸੀ ਉਹਨਾਂ ਨੂੰ ਆਪਾਂ ਹੁਣ ਕਿੱਦਾਂ ਇਹਦੇ ਵਿੱਚ ਐਡ ਆਨ ਕਰੀਏ। ਜਿੱਦਾਂ ਜੀ ਆਪਾਂ ਪਹਿਲੀ ਸਟਰਕਚਰ ਦੀ ਜੋ ਗੱਲ ਕਰੀਏ ਸਟੂਡ ਐਟ ਐਜ਼ ਅਗੇਂਸਟ ਟੂ, ਤਾਂ ਇਹਦੇ ਵਿੱਚ ਆਪਾਂ ਐਡ ਕਰ ਸਕਦੇ ਹਾਂ ਜੀ ਦਾ ਵੈਲਿਊ ਸਟੂਡ ਐਟ 52% for energy which was produced by oil in 1985 as against to 39% in 2003 full stop। ਜੋ ਦੇਖੋ ਜੀ ਹੁਣ ਦਾ ਵੈਲਿਊ ਸਟੂਡ ਐਟ ਕਹਿੰਦੇ ਜੀ ਵੈਲਿਊ ਕਿੰਨੇ ਤੇ ਖੜੀ ਸੀ ਜੀ 52% ਤੇ ਖੜੀ ਸੀ। ਕਾਦੇ ਲਈ, એનર્ਜੀ ਲਈ ਖੜੀ ਸੀ ਜੀ। ਵਿੱਚ ਵਾਸ ਪ੍ਰੋਡਿਊਸਡ ਬਾਈ, ਜਿਹੜੀ ਕਿ ਪ੍ਰੋਡਿਊਸ ਕੀਤੀ ਗਈ ਸੀ ਆਇਲ ਤੋਂ, ਠੀਕ ਹੈ ਜੀ। ਕਾਦੇ ਵਿੱਚ, ਇਨ 1985, ਠੀਕ ਹੈ 1985 ਦੇ ਵਿੱਚ। ਐਜ਼ ਅਗੇਂਸਟ ਟੂ ਦੂਜੇ ਪਾਸੇ ਕਹਿੰਦੇ ਜੀ ਵੈਲਿਊ ਕਿੰਨੇ ਪਰਸੈਂਟ ਤੇ ਖੜੀ ਸੀ 39% ਇਨ 2003। ਹੁਣ ਦੇਖੋ ਇਹਦੇ ਵਿੱਚ ਨਾ ਹੀ ਤਾਂ ਆਪਣੀ ਕੋਈ ਰੈਪੀਟੀਸ਼ਨ ਹੋਈ ਹੈ, ਐਦਾਂ ਆਪਾਂ ਇੱਕ ਸਟਰਕਚਰ ਨੂੰ ਕਿਸੇ ਵੀ ਟੌਪਿਕ ਦੇ ਉੱਪਰ ਟਾਸਕ 1 ਦੇ ਵਿੱਚ ਜੋ ਆਪਾਂ ਆਉਂਦਾ ਉਹਦੇ ਵਿੱਚ ਆਪਾਂ ਐਡ ਆਨ ਕਰ ਸਕਦੇ ਹਾਂ, ਠੀਕ ਹੈ ਜੀ। ਹੁਣ ਆਪਾਂ ਜੇ ਅੱਗੇ ਗੱਲ ਕਰੀਏ ਫੋਲੋਡ ਬਾਈ, ਉਹਨੂੰ ਆਪਾਂ ਕਿੱਦਾਂ ਯੂਜ਼ ਕਰ ਸਕਦੇ ਹਾਂ। ਇਹਨੂੰ ਆਪਾਂ ਯੂਜ਼ ਕਰਾਂਗੇ ਜੀ ਦਾ એનર્ਜੀ ਪ੍ਰੋਡਿਊਸਡ ਬਾਈ ਨਿਊਕਲੀਅਰ ਗੈਸ was 13% in year 1985 which was followed by year 2003 with value being 23%। ਕਹਿੰਦੇ ਜਿਹੜੀ એનર્ਜੀ ਸੀ ਪ੍ਰੋਡਿਊਸ ਕੀਤੀ ਗਈ ਸੀ ਨੈਚੁਰਲ ਗੈਸ ਦੁਆਰਾ 1985 ਦੇ ਵਿੱਚ ਉਹ ਕਿੰਨੀ ਸੀ 13% ਸੀਗੀ। ਕਿਹੜੇ ਈਅਰ ਦੇ ਵਿੱਚ ਜੀ 1985 ਦੇ ਵਿੱਚ। ਦੈਨ ਕਹਿੰਦੇ ਜਿਹਨੂੰ ਕਿ ਫੋਲੋ ਕੀਤਾ ਗਿਆ ਸੀ ਵਿਚ ਵਾਸ ਫੋਲੋਡ ਬਾਈ ਈਅਰ 2003, ਜਿਹਨੂੰ ਕਿ 2003 ਸਾਲ ਦੁਆਰਾ ਫੋਲੋ ਕੀਤਾ ਗਿਆ ਸੀ। ਤੇ ਇਹਦੇ ਵਿੱਚ ਵੈਲਿਊ ਬੀਇੰਗ ਆਪਣੀ ਕਿੰਨੀ ਸੀ ਜੀ 23% ਨੈਚੁਰਲ ਗੈਸ ਦੇ ਲਈ। ਹੁਣ ਦੋ ਸਟਰਕਚਰ ਆਪਾਂ ਇਹਦੇ ਵਿੱਚ ਪਹਿਲਾਂ ਯੂਜ਼ ਕਰ ਚੁੱਕੇ ਹਾਂ ਜੀ, ਜਿਹਦੇ ਵਿੱਚ ਬਹੁਤ ਜ਼ਿਆਦਾ ਇੱਕ ਵਧੀਆ ਕੰਪੈਰੀਜ਼ਨ ਕ੍ਰੀਏਟ ਕੀਤਾ ਆਪਾਂ। ਇਹਦੇ ਵਿੱਚ ਕੋਈ ਰੈਪੀਟੀਸ਼ਨ ਨਹੀਂ ਹੈਗੀ, ਠੀਕ ਹੈ ਜੀ। ਦੋਨਾਂ ਦੇ ਵਿੱਚ ਆਪਾਂ ਕੰਪੈਰੀਜ਼ਨ ਕੀਤਾ। ਹੁਣ ਆਪਾਂ ਜੀ ਤੀਜੀ ਗੱਲ ਕਰਾਂਗੇ ਡਿਫਰੈਂਸ ਜੋ ਆਪਾਂ ਸਟਰਕਚਰ ਯੂਜ਼ ਕਰਨੀ ਹੈ ਉਹ ਆਪਾਂ ਇਹਦੇ ਵਿੱਚ ਕਿੱਦਾਂ ਕਰਾਂਗੇ। ਡਿਫਰੈਂਸ ਆਪਾਂ ਯੂਜ਼ ਕਰਾਂਗੇ ਜੀ ਲਾਈਕ ਆਪਾਂ ਕਿਸੇ ਲਈ ਵੀ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਆਪਾਂ ਜੀ ਅਦਰ ਰੀਨਿਊਏਬਲ ਸੋਰਸ ਲਈ ਆਪਾਂ ਡਿਫਰੈਂਸ ਦੀ ਉਹ ਸਟਰਕਚਰ ਆਪਾਂ ਯੂਜ਼ ਕਰਾਂਗੇ। ਕਿੱਦਾਂ ਕਰ ਸਕਦੇ ਹਾਂ, ਦੇਖੋ ਜੀ 1985 ਦੇ ਵਿੱਚ ਜਿਹੜੀ એનર્ਜੀ ਸੀ ਪ੍ਰੋਡਿਊਸ ਕੀਤੀ ਗਈ ਸੀ ਅਦਰ ਰੀਨਿਊਏਬਲ ਸੋਰਸ ਦੇ ਵਿੱਚ ਉਹ ਕਿੰਨੀ ਸੀ 1%। ਤੇ ਜੇ ਆਪਾਂ 2003 ਦੇ ਵਿੱਚ ਗੱਲ ਕਰੀਏ ਉਧਰ ਸੀ ਜੀ 4%। ਹੁਣ ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਕਿੰਨਾ ਜੀ 3% ਦਾ। ਇੱਕ ਪਾਸੇ 1% ਦੂਜੇ ਪਾਸੇ 4%, ਤੇ ਇਹਦੇ ਵਿੱਚ ਡਿਫਰੈਂਸ ਹੈ ਜੀ ਉਹ ਹੈ 3% ਦਾ। ਹੁਣ ਆਪਾਂ ਇਹਦੇ ਵਿੱਚ ਡਿਫਰੈਂਸ ਵਾਲੀ ਸਟਰਕਚਰ ਕਿੱਦਾਂ ਲਾਉਣੀ ਹੈ। The difference of 3% was witnessed for the production of power। ਇੱਥੇ ਜੀ ਆਪਾਂ એનર્ਜੀ ਨੂੰ ਪਾਵਰ ਵੀ ਯੂਜ਼ ਕੀਤਾ, ਆਪਾਂ ਉਹਦਾ ਸਿਨੋਨਿਮ ਯੂਜ਼ ਕੀਤਾ। The difference of 3% was witnessed for the production of power from other renewable sources in year 1985 and 2003। ਕਹਿੰਦੇ ਜੋ 3% ਦਾ ਡਿਫਰੈਂਸ ਦੇਖਿਆ ਗਿਆ ਸੀ ਕਾਹਦੇ ਲਈ ਜੀ, ਪ੍ਰੋਡਕਸ਼ਨ ਹੋਈ ਸੀ ਜਿਹੜੀ ਪਾਵਰ ਦੇ ਵਿੱਚ 2 ਸਾਲਾਂ ਦੇ ਵਿੱਚ, ਕਿਹੜਿਆਂ ਦੇ ਵਿੱਚ 1985 ਪਲੱਸ 2003। ਦੈਨ ਜੀ ਕੋਮਾ ਦਾ ਰਿਕਾਰਡਡ ਡਾਟਾ ਵਾਸ, ਜਿਹੜਾ ਡਾਟਾ ਕਿੰਨਾ ਸੀ ਜੀ 1% ਫॉर ਦਾ ਫਾਰਮਰ ਈਅਰ ਐਂਡ 4% ਫॉर ਦਾ ਲੈਟਰ ਈਅਰ ਫੁੱਲ ਸਟਾਪ। ਕਹਿੰਦੇ 3% ਦੀ ਜੋ ਡਿਫਰੈਂਸ ਉਹ ਦੇਖਿਆ ਗਿਆ ਸੀ ਜੀ એનર્ਜੀ ਪ੍ਰੋਡਕਸ਼ਨ ਦੇ ਵਿੱਚ ਦੋਨੇ ਸਾਲਾਂ ਦੇ ਵਿੱਚ। ਦਾ ਰਿਕਾਰਡਡ ਡਾਟਾ ਵਾਸ ਕਿੰਨਾ ਸੀ ਜੀ ਫਾਰਮਰ ਈਅਰ ਇੱਥੇ ਜਿਹੜਾ ਡਿਸਕ੍ਰਾਈਬ ਕਰ ਰਿਹਾ ਜੀ 1985 ਨੂੰ, ਤੇ ਜਿਹੜਾ ਲੈਟਰ ਈਅਰ ਹੈ ਉਹ ਡਿਸਕ੍ਰਾਈਬ ਕਰ ਰਿਹਾ 2003 ਨੂੰ, ਠੀਕ ਹੈ ਜੀ। ਇਦਾਂ ਆਪਾਂ ਤਿੰਨ ਸਟਰਕਚਰ ਨੂੰ ਆਪਾਂ ਇੱਕ BP ਦੇ ਵਿੱਚ ਐਡ ਆਨ ਕਰ ਸਕਦੇ ਹਾਂ।
ਜੋ ਬਾਕੀ ਦਾ ਆਪਣਾ ਰਿਮੇਨਿੰਗ ਡਾਟਾ ਹੈ ਜੀ 3 ਸਟਰਕਚਰ ਆਪਾਂ BP2 ਦੇ ਵਿੱਚ ਯੂਜ਼ ਕਰਾਂਗੇ। ਹੁਣ ਉਹ ਕਿੱਦਾਂ ਕਰਾਂਗੇ, BP1 ਫਿਨਿਸ਼ ਹੋਣ ਤੋਂ ਬਾਅਦ ਵੀ ਆਪਾਂ ਲਾਈਕ ਇੱਕ ਲਾਈਨ ਜੋ ਆਪਾਂ ਛੱਡਣੀ ਹੁੰਦੀ ਹੈ, ਤਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ। BP2 ਦੀ ਸਟਾਰਟਿੰਗ ਆਪਾਂ ਕਿੱਦਾਂ ਕਰਨੀ ਹੈ ਜੀ, ਪ੍ਰੋਬਿੰਗ ਫਰਦਰ। ਪਹਿਲਾਂ ਆਪਾਂ ਇੱਕ ਕਨੈਕਟਰ ਯੂਜ਼ ਕਰਾਂਗੇ, ਪ੍ਰੋਬਿੰਗ ਫਰਦਰ, ਅੱਗੇ ਵਧਦੇ ਹੋਏ, ਕੌਮਾ। ਹੁਣ ਆਪਾਂ ਜੀ ਫੋਰਥ ਜਿਹੜੀ ਆਪਣੀ ਸਟਰਕਚਰ ਹੈ ਆਪਾਂ ਯੂਜ਼ ਕਰਾਂਗੇ ਮੋਰ ਦੈਨ ਲੈਸ ਦੈਨ। ਦੇਖੋ ਜੀ ਆਪਾਂ ਨੈਚੁਰਲ ਗੈਸ ਨੂੰ ਵੀ ਡਿਸਕ੍ਰਾਈਬ ਕਰਤਾ, ਅਦਰ ਰੀਨਿਊਏਬਲ ਸੋਰਸਸ ਨੂੰ ਵੀ ਆਪਾਂ ਡਿਸਕ੍ਰਾਈਬ ਕਰਤਾ, ਆਪਾਂ ਆਇਲ ਦੀ ਵੈਲਿਊ ਵੀ ਡਿਸਕ੍ਰਾਈਬ ਕਰਤੀ। ਹੁਣ ਆਪਾਂ ਕਰਾਂਗੇ ਜੀ ਆਪਾਂ ਕੋਲ ਦੇ ਉੱਪਰ, ਆਪਾਂ ਇਹਨੂੰ ਜੋ ਕੋਲ ਦੇ ਉੱਪਰ એનર્ਜੀ ਜਿਹੜੀ ਪ੍ਰੋਡਿਊਸ ਕੀਤੀ ਗਈ ਸੀ ਉਹ 1985 ਦੇ ਵਿੱਚ ਸੀਗੀ ਜੀ ਆਪਣੀ 8%, ਤੇ ਜੋ ਆਪਣੀ 2003 ਦੇ ਵਿੱਚ ਸੀ ਉਹ ਜੀ 13%। ਠੀਕ ਹੈ ਜੀ। ਹੁਣ ਆਪਾਂ ਇਹਦੇ ਵਿੱਚ ਮੋਰ ਦੈਨ ਤੇ ਆਪਾਂ ਲੈਸ ਦੈਨ ਵਾਲੀ ਸਟਰਕਚਰ ਯੂਜ਼ ਕਰਾਂਗੇ। ਸਿੰਪਲ ਲਿਖਾਂਗੇ ਜੀ ਪ੍ਰੋਬਿੰਗ ਫਰਦਰ, ਕੌਮਾ, BP2 ਦੀ ਸਟਾਰਟਿੰਗ ਦੇ ਵਿੱਚ ਪ੍ਰੋਬਿੰਗ ਫਰਦਰ, ਕੌਮਾ 8% energy was produced from coal in year 1985 that was ਜਾਂ which was ਜਿਹੜੀ ਕਿ was less than year 2003 with value of 13%। ਕਹਿੰਦੇ ਜਿਹੜੀ 8% ਜਿਹੜੀ એનર્ਜੀ ਸੀ ਉਹ ਪ੍ਰੋਡਿਊਸ ਕੀਤੀ ਗਈ ਸੀ ਜੀ ਕੋਲ ਤੋਂ, ਕਿਹੜੇ ਸਾਲ ਦੇ ਵਿੱਚ, 1985 ਦੇ ਵਿੱਚ, ਜਿਹੜੀ ਕਿ ਜੀ ਲੈਸ ਦੈਨ, ਜਿਹੜੀ ਕਿ ਘੱਟ ਸੀ ਕਿਹਦੇ ਨਾਲੋਂ, ਈਅਰ 2003 ਦੇ ਨਾਲੋਂ ਵਿਦ ਵੈਲਿਊ ਆਫ 13%। ਕਹਿੰਦੇ ਜੀ 13% એનર્ਜੀ ਸੀ ਜਿਹੜੀ ਉਹ 2003 ਦੇ ਵਿੱਚ ਕੋਲ ਤੋਂ ਜਿਹੜੀ ਪ੍ਰੋਡਿਊਸ ਕੀਤੀ ਗਈ ਸੀ, ਬਟ 1985 ਦੇ ਵਿੱਚ ਉਹ ਜਸਟ 8% ਸੀ, ਤਾਂ ਕਰਕੇ ਜੀ ਉਹ ਲੈਸ ਦੈਨ ਸੀ। ਇੱਥੇ ਆਪਾਂ ਫੁੱਲ ਸਟਾਪ। ਨੈਕਸਟ ਜੀ ਆਪਾਂ ਜੋ ਆਪਣਾ ਰਿਮੇਨਿੰਗ ਡਾਟਾ ਉਹ ਜੀ ਹਾਈਡਰੋਜਨ ਐਂਡ ਨਿਊਕਲੀਅਰ, ਦੋ ਆਪਣੇ ਕੋਲੇ ਜਿਹੜੀਆਂ ਸਟਰਕਚਰਸ ਵੀ ਆਪਣੇ ਕੋਲੇ ਬਚ ਗਈਆਂ, ਤੇ ਨੈਕਸਟ ਆਪਣੇ ਕੋਲ ਜਿਹੜਾ ਡਾਟਾ ਜੀ ਉਹ ਵੀ ਆਪਣੇ ਕੋਲੇ ਦੋ ਸੋਰਸਸ ਦਾ ਰਹਿ ਗਿਆ। ਹੁਣ ਆਪਾਂ ਅੱਗੇ ਗੱਲ ਕਰਾਂਗੇ ਜੀ ਸਿਮਿਲਰ। ਹੁਣ ਜੋ ਸਿਮਿਲਰ ਵਾਲੀ ਸਟਰਕਚਰ ਹੈ ਜੀ ਉਹ ਆਪਾਂ ਕਿੱਥੇ ਯੂਜ਼ ਕਰਨੀ ਹੈ, ਆਪਾਂ ਯੂਜ਼ ਕਰ ਸਕਦੇ ਹਾਂ ਜਿੱਦਾਂ ਹਾਈਡਰੋਜਨ ਦੇ ਵਿੱਚ 1985 ਦੇ ਵਿੱਚ ਵੀ 4% ਜੋ ਆਪਣੀ એનર્ਜੀ ਪ੍ਰੋਡਿਊਸ ਕੀਤੀ ਗਈ ਸੀ, ਤੇ 2003 ਦੇ ਵਿੱਚ ਵੀ 4% ਹੀ ਯੂਜ਼ ਕੀਤੀ ਗਈ ਸੀ, ਦੋਨਾਂ ਦੇ ਵਿੱਚ ਸੇਮ ਸੀ ਜੀ। ਹੁਣ ਆਪਾਂ ਇਹਦੇ ਵਿੱਚ ਸਿਮਿਲਰ ਵਾਲੀ ਆਪਾਂ ਕਿੱਦਾਂ ਇਹਦੇ ਵਿੱਚ ਸਟਰਕਚਰ ਯੂਜ਼ ਕਰ ਸਕਦੇ ਹਾਂ। The similar amount of energy was produced by hydrogen in given both years, that was 4%। ਕਹਿੰਦੇ ਸਿਮਿਲਰ ਅਮਾਉਂਟ ਆਫ ਜਿਹੜੀ એનર્ਜੀ ਸੀ ਪ੍ਰੋਡਿਊਸ ਕੀਤੀ ਗਈ ਸੀਗੀ ਕਾਦੇ ਦੁਆਰਾ, ਹਾਈਡਰੋਜਨ ਦੁਆਰਾ, ਦੋਨੇ ਸਾਲਾਂ ਦੇ ਵਿੱਚ ਉਹ ਕਿੰਨੀ ਸੀ ਜੀ 4%। ਇੱਥੇ ਜਿਹੜੀ ਆਪਣੀ ਸਿਮਿਲਰ ਵਾਲੀ ਆਪਾਂ ਸਟਰਕਚਰ ਆ ਉਹ ਆਪਾਂ ਇਹਦੇ ਵਿੱਚ ਐਡ ਆਨ ਕੀਤੀ ਹੈ। ਨੈਕਸਟ ਆਪਣੀ ਜੋ ਲਾਸਟ ਆਪਣੀ ਇੱਕ ਸਟਰਕਚਰ ਜਿਹੜੀ ਆਪਣੀ ਰਹਿ ਚੁੱਕੀ ਹੈ ਜੀ ਉਹ ਹੈ ਜੀ ਰਿਸਪੈਕਟਿਵਲੀ। ਇਹਨੂੰ ਆਪਾਂ ਕਿੱਦਾਂ ਯੂਜ਼ ਕਰਨਾ, ਦਾ એનર્ਜੀ ਪ੍ਰੋਡਕਸ਼ਨ ਫਰੋਮ ਨਿਊਕਲੀਅਰ ਵਾਜ਼ 22% ਇਨ year 1985 and 17% in year 2003, respectively, then full stop। ਇੱਥੇ ਕਹਿੰਦੇ ਆਪਾਂ ਜਿਹੜੀ ਆਪਣੀਆਂ 6 ਸਟਰਕਚਰ ਜਿਹੜੀਆਂ ਆਪਣੀਆਂ ਫਿਨਿਸ਼ ਹੋ ਚੁੱਕੀਆਂ, ਤੇ ਆਪਣਾ ਜਿਹੜਾ ਟਾਸਕ ਹੈ ਜੀ ਉਹ ਵੀ ਕੰਪਲੀਟ ਹੋ ਚੁੱਕਿਆ। ਟਾਬੀ ਟਾਸਕ ਦੇ ਆਪਾਂ ਜਿਹੜਾ BP2 ਉਹ ਵੀ ਫਿਨਿਸ਼ ਕਰ ਚੁੱਕੇ ਹਾਂ। ਹੁਣ ਜੇ ਆਪਾਂ ਗੱਲ ਕਰੀਏ ਜੀ ਤਾਂ ਆਪਾਂ 6 ਸਟਰਕਚਰਸ ਇਹਦੇ ਵਿੱਚ ਆਪਾਂ ਯੂਜ਼ ਕੀਤੀਆਂ ਸੀ, ਜਿਹਦੇ ਵਿੱਚ ਕੀ ਹੋਇਆ ਸੀ ਆਪਾਂ ਕੰਪੈਰੀਜ਼ਨ ਕ੍ਰੀਏਟ ਕੀਤਾ। BP1 ਦੇ ਵਿੱਚ ਵੀ ਆਪਾਂ 3 ਸਟਰਕਚਰ ਐਡ ਕੀਤੇ ਹਨ ਜਿਹਦੇ ਨਾਲ ਆਪਾਂ ਇੱਕ ਕੰਪੈਰੀਜ਼ਨ ਸ਼ੋ ਕੀਤਾ। BP2 ਦੇ ਵਿੱਚ ਵੀ ਆਪਾਂ ਜੋ ਆਪਣੀ ਰਿਮੇਨਿੰਗ 3 ਸਟਰਕਚਰਸ ਪੂਰੀਆਂ ਕੀਤੀਆਂ ਜਿਹਦੇ ਨਾਲ ਆਪਣਾ ਬਹੁਤ ਹੀ ਇੰਪ੍ਰੈਸਿਵ ਆਪਣਾ ਟਾਸਕ ਜਿਹੜਾ ਕੰਪਲੀਟ ਹੋਇਆ ਜੀ। ਟਾਸਕ 1 ਹੁੰਦਾ ਉਹ 3 ਬੈਂਡਾਂ ਦਾ ਹੁੰਦਾ ਜੀ। ਜੇ ਤੁਸੀਂ ਐਦਾਂ ਟਾਸਕ 1 ਲਿਖ ਕੇ ਆਉਂਦੇ ਤਾਂ 3 ਦੇ ਵਿੱਚੋਂ 3 ਸਕੋਰ ਤੁਹਾਨੂੰ ਡੈਫੀਨੇਟਲੀ ਆਉਣਗੇ ਹੀ ਆਉਣਗੇ, ਮੈਂ ਡੈਮ ਸ਼ੋਰ ਹਾਂ ਜੀ। ਮੇਰਾ ਐਕਸਪੀਰੀਅੰਸ ਰਿਹਾ ਇਸ ਚੀਜ਼ ਦਾ ਕਿ ਤੁਹਾਡੇ ਸਕੋਰ ਕੋਈ ਨਹੀਂ ਕੱਟ ਸਕਦਾ, ਕਿਉਂਕਿ ਇਹਦੇ ਵਿੱਚ ਆਪਣੀ ਟਾਸਕ ਅਚੀਵਮੈਂਟ ਵੀ ਜਾਰੀ ਹੈ, ਆਪਣੀ ਲੈਕਸੀਕਲ ਸੋਰਸ, ਆਪਣੀ ਕੋਹਰੈਂਸ ਐਂਡ ਕੋਹੇਜ਼ਨ ਵੀ ਜਾਰੀ ਹੈ, ਤੇ ਦੈਨ ਆਪਣੀ ਗ੍ਰਾਮਰ GR ਜੋ ਉਹ ਵੀ ਆਪਣੀ ਪ੍ਰੋਪਰ ਸਹੀ ਹੈ। ਤਾਂ ਹਾਂਜੀ ਆਪਣੀ ਇਹ 6 ਸਟਰਕਚਰ ਸੀ ਜੋ ਆਪਾਂ ਅੱਜ ਡਿਸਕ੍ਰਾਈਬ ਕੀਤੀਆਂ ਟਾਸਕ 1 ਦੇ ਵਿੱਚ, ਤੇ ਆਪਾਂ ਇੱਕ ਸੈਂਪਲ ਪੇਪਰ ਵੀ ਆਪਾਂ ਸੋਲਵ ਕੀਤਾ ਜੀ ਜਿਹੜਾ ਪਾਈ ਚਾਰਟ ਨਾਲ ਰਿਲੇਟਡ ਸੀ। ਸੋ ਇਹਨਾਂ 6 ਸਟਰਕਚਰਸ ਨੂੰ ਤੁਸੀਂ ਕਿਸੇ ਵੀ ਟਾਸਕ 1 ਦੇ ਵਿੱਚ, ਲਾਈਨ ਗ੍ਰਾਫ ਦੇ ਵਿੱਚ, ਬਾਰ ਗ੍ਰਾਫ ਦੇ ਵਿੱਚ, ਕਿਸੇ ਵੀ ਪਾਈ ਚਾਰਟ ਦੇ ਵਿੱਚ ਆਪਾਂ ਐਡ ਆਨ ਕਰ ਸਕਦੇ ਹਾਂ। ਤਾਂ ਆਪਾਂ ਕਿੱਦਾਂ ਕਰਨੀ ਹੈ ਉਹ ਆਪਾਂ ਜੀ ਪਹਿਲੇ ਮੈਂਸ਼ਨ ਕਰ ਚੁੱਕੇ ਹਾਂ। ਸੋ ਜੇ ਵੀਡੀਓ ਚੰਗੀ ਲੱਗੀ ਤਾਂ ਜੀ ਵੀਡੀਓ ਨੂੰ ਲਾਈਕ ਕਰ ਦਿਓ। ਇੱਦਾਂ ਦੀ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਆਪਾਂ ਇੱਦਾਂ ਦੀ ਲਾਈਕ ਟਾਸਕ ਨੂੰ ਆਪਾਂ ਕਿੱਦਾਂ ਇੱਕ ਈਜ਼ੀ ਵੇ ਦੇ ਨਾਲ ਲਿਖ ਸਕਦੇ ਹਾਂ, ਆਪਾਂ ਸਪੀਕਿੰਗ ਦੇ ਵਿੱਚ ਕਿੱਦਾਂ ਈਜ਼ੀ ਵੇ ਦੇ ਨਾਲ ਕਿਊ ਕਾਰਡ ਤਿਆਰ ਕਰ ਸਕਦੇ ਹਾਂ, ਅੱਗੇ ਵੀ ਆਪਾਂ ਸਪੋਕਨ ਗ੍ਰਾਮਰ ਨਾਲ ਰਿਲੇਟਡ ਆਪਾਂ ਜੋ ਵੀਡੀਓਜ਼ ਅਪਲੋਡ ਕਰਾਂਗੇ। ਤਾਂ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਕਰਕੇ ਸਾਨੂੰ ਦੱਸਣਾ ਕਿ ਸਾਡੀ ਵੀਡੀਓ ਕਿੱਦਾਂ ਦੀ ਲੱਗੀ। ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ। ਥੈਂਕ ਯੂ ਸੋ ਮਚ।